ਕਲਾਸ 10ਵੀਂ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਭੂਮੀ ਵਰਤੋਂ ਤੇ ਖੇਤੀਬਾੜੀ 13/10/2020। ਰੋਜ਼ਾਨਾ ਦਾ ਕੰਮ ਸਮਾਜਿਕ ਸਿੱਖਿਆ ਜਮਾਤ 10ਵੀਂ ਮਿਤੀ 13/10/2020 ਭਾਗ ਤੀਜਾ ਪਾਠ 6ਵਾਂ ਭੂਮੀ ਵਰਤੋਂ ਅਤੇ ਖੇਤੀਬਾੜੀ ਲਰਨਿੰਗ ਆਊਟਕਮਸ। ਦੇਸ਼ ਵਿੱਚ ਉਪਲਬਧ ਕੁੱਲ ਭੂਮੀ ਨੂੰ ਅਲੱਗ-ਅਲੱਗ ਮਦਾਂ ਜਿਵੇਂ ਕਿ ਖੇਤੀ ਖੇਤਰ, ਪਰਿਸਥਿਤਿਕ ਪ੍ਰਣਾਲੀ, ਵਨ ਅਤੇ ਬੰਜਰ ਭੂਮੀ ਦੀ ਵੰਡ ਨੂੰ ਸਮਝਾਉਣਾ। ਸਾਡੇ ਆਪਣੇ ਪੰਜਾਬ ਰਾਜ ਵਿੱਚ 50.3 ਲੱਖ ਹੈਕਟੇਅਰ ਖੇਤਰਫਲ ਦੇ ਭੂਮੀ ਪ੍ਰਯੋਗ ਦੇ ਅੰਕੜੇ ਮਿਲਦੇ ਹਨ, ਜੋ ਰਾਜ ਦੇ ਕੁੱਲ ਖੇਤਰਫਲ ਦਾ 99.9% ਹੈ। ਇੱਕ ਤਰ੍ਹਾਂ ਨਾਲ ਕੇਵਲ 3000 ਹੈਕਟੇਅਰ ਖੇਤਰਫਲ ਨੂੰ ਛੱਡ ਕੇ ਸਾਰੇ ਪੰਜਾਬ ਦੇ ਭੂਮੀ ਸੰਬੰਧੀ ਅੰਕੜੇ ਮਿਲਦੇ ਹਨ। ਪੰਜਾਬ ਰਾਜ ਵਿੱਚ ਨਿਰੋਲ ਬੀਜਿਆ ਗਿਆ ਖੇਤਰ 82% ਹੈ, ਜਦੋਂ ਕਿ ਸਮੁੱਚੇ ਭਾਰਤ ਵਿੱਚ ਇਹ ਮਾਤਰਾ 47% ਹੈ। ਵਿਗਿਆਨਕ ਨਜ਼ਰ ਤੋਂ ਵੀ ਪੰਜਾਬ ਵਿੱਚ ਜੰਗਲੀ ਖੇਤਰ ਬਹੁਤ ਹੀ ਘੱਟ ਹੈ, ਕਿਉਂਕਿ ਇੱਥੇ 27% ਵੱਧ ਜ਼ਮੀਨ 'ਤੇ ਜੰਗਲੀ ਖੇਤਰ ਹੋਣਾ ਚਾਹੀਦਾ ਹੈ। ਵਨ ਖੇਤਰ ਵਿੱਚ ਭਾਰੀ ਘਾਟ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ੁੱਧ ਬੀਜਿਆ ਗਿਆ ਖੇਤਰਫਲ ਹੋਣ ਕਰਕੇ ਰਾਜ ਦੀ ਖੇਤੀ ਪ੍ਰਣਾਲੀ ਕਮਰਸ਼ੀਅਲ ਐਗਰੀਕਲਚਰਲ ਸਿਸਟਮ ਨੂੰ ਪਿਛਲੇ ਸਾਲਾਂ ਦੌਰਾਨ ਕਈ ਤਰ੍ਹਾਂ ਦੀਆਂ ਪਰਿਸਥਿਤੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਹੈ। ਕੁਝ ਭਾਗਾਂ ਵਿੱਚ ਪਾਣੀ ਦੇ ਸਤਰ ਵਿੱਚ ਲਗਾਤਾਰ ਗਿਰਾਵਟ, ਮਿੱਟੀਆਂ ਵਿੱਚ ਖਾਰੇਪਨ ਦਾ ਵਾਧਾ, ਸਲਾਬੀ ਜ਼ਮੀਨ ਅਤੇ ਅਣਉਪਜਾਊ ਜਿਹੀਆਂ ਮੁੱਖ ਸਮੱਸਿਆਵਾਂ ਦਾ ਸਾਹਮਣੇ ਆ ਰਹੀਆਂ ਹਨ। ਰਾਜ ਵਿੱਚ ਉੱਚ ਜੀਵਨ ਸਤਰ ਅਤੇ ਆਰਥਿਕ ਵਿਕਾਸ ਉੱਚਾ ਹੋਣ ਕਰਕੇ ਗੈਰ ਖੇਤੀ ਕੰਮਾਂ ਲਈ ਭੂਮੀ ਪ੍ਰਯੋਗ ਦਾ ਹਿੱਸਾ 7.9% ਹੈ, ਜਦੋਂ ਕਿ ਪੂਰੇ ਦੇਸ਼ ਲਈ ਇਹ ਔਸਤ 7.4% ਹੈ। ਇਸ ਤੋਂ ਉਲਟ ਬੰਜਰ ਭੂਮੀ ਦਾ ਹਿੱਸਾ ਰਾਸ਼ਟਰੀ ਔਸਤ ਤੋਂ ਕਾਫੀ ਘੱਟ ਹੈ। ਪੰਜਾਬ ਵਿੱਚ ਬੰਜਰ ਭੂਮੀ ਦਾ ਖੇਤਰਫਲ ਕੁੱਲ ਭੂਮੀ ਉਪਯੋਗ ਦਾ 1.5% ਹੈ, ਜਦੋਂ ਕਿ ਪੂਰੇ ਦੇਸ਼ ਦੇ ਲਈ ਇਹ ਔਸਤ 6.4% ਹੈ। ਇਸੇ ਤਰ੍ਹਾਂ ਰਾਜ ਵਿੱਚ ਖੇਤੀਯੋਗ ਬੰਜਰ ਜ਼ਮੀਨ ਵੀ ਕੇਵਲ 0.5% ਹੈ, ਜਦੋਂ ਕਿ ਦੇਸ਼ ਲਈ ਇਹ ਔਸਤ 4.7% ਹੈ। ਇਸ ਤਰ੍ਹਾਂ ਪੰਜਾਬ ਵਿੱਚ ਮਿਲਣ ਵਾਲੀ ਜ਼ਮੀਨ ਦਾ ਵੱਧ ਤੋਂ ਵੱਧ ਉਪਯੋਗ ਖੇਤੀ ਕੰਮਾਂ ਲਈ ਕੀਤਾ ਗਿਆ ਹੈ, ਜਿਸ ਤੋਂ ਇਸ ਰਾਜ ਦੇ ਖੇਤੀ ਪ੍ਰਧਾਨ ਰਾਜ ਹੋਣ ਦਾ ਪੱਕਾ ਸਬੂਤ ਮਿਲਦਾ ਹੈ। ਉੱਪਰ ਲਿਖੇ ਸਤਰਾਂ ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਕਾਪੀਆਂ 'ਤੇ ਲਿਖੋ। ਪ੍ਰਸ਼ਨ: ਪੰਜਾਬ ਰਾਜ ਵਿੱਚ ਨਿਰੋਲ ਬੀਜਿਆ ਗਿਆ ਖੇਤਰ ਕਿੰਨਾ ਹੈ? ਉੱਤਰ: ਪੰਜਾਬ ਰਾਜ ਵਿੱਚ ਨਿਰੋਲ ਬੀਜਿਆ ਗਿਆ ਖੇਤਰ 82% ਹੈ। ਪ੍ਰਸ਼ਨ: ਪੰਜਾਬ ਵਿੱਚ ਬੰਜਰ ਭੂਮੀ ਦਾ ਖੇਤਰਫਲ ਕੁੱਲ ਭੂਮੀ ਦੇ ਉਪਯੋਗ ਦਾ ਕਿੰਨੇ ਪ੍ਰਤੀਸ਼ਤ ਹੈ? ਉੱਤਰ: ਪੰਜਾਬ ਵਿੱਚ ਬੰਜਰ ਭੂਮੀ ਦਾ ਖੇਤਰਫਲ ਕੁੱਲ ਭੂਮੀ ਦੇ ਉਪਯੋਗ 1.5% ਹੈ। ਪ੍ਰਸ਼ਨ: ਪੰਜਾਬ ਵਿੱਚ ਵਨ ਖੇਤਰ ਦੀ ਭਾਰੀ ਘਾਟ ਅਤੇ ਬਹੁਤ ਜ਼ਿਆਦਾ ਮਾਤਰਾ ਵਿੱਚ ਸ਼ੁੱਧ ਬੀਜਿਆ ਗਿਆ ਖੇਤਰਫਲ ਹੋਣ ਕਰਕੇ ਰਾਜ ਦੀ ਪਰਿਸਥਿਤਿਕ ਪ੍ਰਣਾਲੀ ਉੱਤੇ ਬੁਰਾ ਅਸਰ ਪੈਂਦਾ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਇਹ ਬੁਰੇ ਅਸਰ ਕੀ ਹਨ? ਪਾਣੀ ਦੇ ਸਤਰ ਵਿੱਚ ਗਿਰਾਵਟ, ਸਲਾਬੀ ਜ਼ਮੀਨ ਦੀ ਉਪਜਾਊ ਸ਼ਕਤੀ ਘਟਣੀ, ਉਪਰੋਕਤ ਸਾਰੇ। ਉੱਤਰ: ਉਪਰੋਕਤ ਸਾਰੇ। ਪ੍ਰਸ਼ਨ: ਪੰਜਾਬ ਰਾਜ ਵਿੱਚ ਉੱਚ ਜੀਵਨ ਸਤਰ ਅਤੇ ਆਰਥਿਕ ਵਿਕਾਸ ਉੱਚਾ ਹੋਣ ਕਰਕੇ ਗੈਰ ਖੇਤੀ ਕੰਮਾਂ ਲਈ ਭੂਮੀ ਪ੍ਰਯੋਗ ਦਾ ਹਿੱਸਾ ਡੈਸ਼ ਹੈ, ਜਦੋਂ ਕਿ ਪੂਰੇ ਰਾਜ ਲਈ ਇਹ ਔਸਤ 7.4% ਹੈ। ਦੱਸੋ ਬੱਚਿਓ, ਇਹ ਗੈਰ ਖੇਤੀ ਭੂਮੀ ਦਾ ਪ੍ਰਯੋਗ ਕਿੰਨੇ ਪ੍ਰਤੀਸ਼ਤ ਹੈ? 6.8%, 8.2% ਤੇ 7.9%, 9.7%। ਉੱਤਰ: 7.9%। ਖਾਲੀ ਥਾਵਾਂ ਭਰੋ। ਪੰਜਾਬ ਵਿੱਚ ਜੰਗਲੀ ਖੇਤਰ ਬਹੁਤ ਹੀ ਘੱਟ ਹੈ, ਕਿਉਂਕਿ ਇੱਥੇ ਡੈਸ਼ ਵੱਧ ਜ਼ਮੀਨ 'ਤੇ ਜੰਗਲੀ ਖੇਤਰ ਹੋਣਾ ਚਾਹੀਦਾ ਹੈ। 27%। ਗੈਰ ਖੇਤੀ ਕੰਮਾਂ ਲਈ ਪੂਰੇ ਦੇਸ਼ ਵਿੱਚ ਭੂਮੀ ਪ੍ਰਯੋਗ ਦਾ ਔਸਤ ਡੈਸ਼ ਹੈ, 7.4%। ਪੰਜਾਬ ਵਿੱਚ ਮਿਲਣ ਵਾਲੀ ਜ਼ਮੀਨ ਦਾ ਵੱਧ ਤੋਂ ਵੱਧ ਉਪਯੋਗ ਡੈਸ਼ ਕੰਮਾਂ ਲਈ ਕੀਤਾ ਗਿਆ ਹੈ। ਖੇਤੀ
ਰਿਵੀਜ਼ਨ ਪਾਠ ਪੁਸਤਕ ਆਧਾਰਿਤ 50 ਤੋਂ 60 ਸ਼ਬਦਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਕਾਪੀਆਂ 'ਤੇ ਲਿਖੋ ਅਤੇ ਯਾਦ ਕਰੋ। ਪ੍ਰਸ਼ਨ ਕੀ ਹਿਮਾਲਿਆ ਪਰਬਤ ਦੇ ਦੱਖਣ ਦੀ ਪਠਾਰ ਵਿੱਚ ਕੁਝ ਸਮਾਨਤਾਵਾਂ ਮਿਲਦੀਆਂ ਹਨ? ਪ੍ਰਸ਼ਨ ਛੁਪੀ ਬੇਰੁਜ਼ਗਾਰੀ ਦੀ ਪਰਿਭਾਸ਼ਾ ਦਿਓ, ਇਸ ਨੂੰ ਇੱਕ ਉਦਾਹਰਣ ਰਾਹੀਂ ਸਪਸ਼ਟ ਕਰੋ। ਪ੍ਰਸ਼ਨ ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ ਕਰੋ। ਪ੍ਰਸ਼ਨ ਸੰਸਦ ਦੀਆਂ ਕਿਸੇ 4 ਸ਼ਕਤੀਆਂ ਦਾ ਵਰਣਨ ਕਰੋ। ਪ੍ਰਸ਼ਨ ਕੀ ਹਿਮਾਲਿਆ ਪਰਬਤ ਦੇ ਦੱਖਣ ਦੀ ਪਠਾਰ ਵਿੱਚ ਕੁਝ ਸਮਾਨਤਾਵਾਂ ਮਿਲਦੀਆਂ ਹਨ? ਉੱਤਰ ਹਿਮਾਲਿਆ ਪਰਬਤਮਾਲਾ ਅਤੇ ਦੱਖਣੀ ਪਠਾਰ ਵਿੱਚ ਹੇਠ ਲਿਖੀਆਂ ਸਮਾਨਤਾਵਾਂ ਪਾਈਆਂ ਜਾਂਦੀਆਂ ਹਨ। ਹਿਮਾਲਿਆ ਪਰਬਤ ਦਾ ਨਿਰਮਾਣ ਦੱਖਣੀ ਪਠਾਰ ਦੀ ਮੌਜੂਦਗੀ ਕਾਰਨ ਹੋਇਆ ਹੈ। ਪ੍ਰਾਇਦੀਪੀ ਪਠਾਰ ਦੀਆਂ ਪਹਾੜੀਆਂ ਅਪਭ੍ਰੰਸ਼ ਘਾਟੀਆਂ ਅਤੇ ਅਪਭ੍ਰੰਸ਼ ਹਿਮਾਲਿਆ ਪਰਬਤਮਾਲਾ ਤੋਂ ਆਉਣ ਵਾਲੇ ਦਬਾਅ ਦੇ ਕਾਰਨ ਬਣੀਆਂ ਹਨ। ਹਿਮਾਲਿਆ ਪਰਬਤ ਦੇ ਵਾਂਗ ਦੱਖਣੀ ਪਠਾਰ ਵਿੱਚ ਅਨੇਕਾਂ ਖਣਿਜ ਪਦਾਰਥ ਮਿਲਦੇ ਹਨ। ਇਹਨਾਂ ਦੋਵਾਂ ਭੌਤਿਕ ਭਾਗਾਂ ਵਿੱਚ ਜੰਗਲ ਪਾਏ ਜਾਂਦੇ ਹਨ ਜਿਹੜੇ ਦੇਸ਼ ਵਿੱਚ ਲੱਕੜੀ ਦੀ ਮੰਗ ਨੂੰ ਪੂਰਾ ਕਰਦੇ ਹਨ। ਪ੍ਰਸ਼ਨ ਛੁਪੀ ਬੇਰੁਜ਼ਗਾਰੀ ਦੀ ਪਰਿਭਾਸ਼ਾ ਦਿਓ, ਇਸ ਨੂੰ ਇੱਕ ਉਦਾਹਰਣ ਰਾਹੀਂ ਸਪਸ਼ਟ ਕਰੋ। ਉੱਤਰ ਛੁਪੀ ਬੇਰੁਜ਼ਗਾਰੀ ਤੋਂ ਭਾਵ ਕਿਸੇ ਵਿਸ਼ੇਸ਼ ਆਰਥਿਕ ਕਿਰਿਆ ਵਿੱਚ ਉਤਪਾਦਨ ਲਈ ਲੋੜ ਤੋਂ ਵਧੇਰੇ ਮਾਤਰਾ ਵਿੱਚ ਮਜ਼ਦੂਰਾਂ ਦੇ ਲੱਗੇ ਹੋਣ ਤੋਂ ਹੈ। ਦੂਜੇ ਸ਼ਬਦਾਂ ਵਿੱਚ ਜੇ ਕਿਸੇ ਖੇਤਰ ਵਿੱਚ ਕੰਮ ਵਿੱਚ ਲੱਗੇ ਮਜ਼ਦੂਰਾਂ ਵਿੱਚੋਂ ਕੁਝ ਮਜ਼ਦੂਰਾਂ ਨੂੰ ਹਟਾ ਕੇ ਦੂਜੇ ਖੇਤਰ ਵਿੱਚ ਤਬਦੀਲ ਕਰ ਦਿੱਤਾ ਜਾਵੇ ਤਾਂ ਇਸ ਤਰ੍ਹਾਂ ਕੀਤੇ ਗਏ ਪਰਿਵਰਤਨ ਨੂੰ ਫਲਸਰੂਪ ਮੂਲ ਖੇਤਰ ਦੇ ਉਤਪਾਦਨ ਵਿੱਚ ਜੇ ਕੋਈ ਘਾਟ ਨਹੀਂ ਹੁੰਦੀ ਤਾਂ ਇਸ ਸਥਿਤੀ ਛੁਪੀ ਬੇਰੁਜ਼ਗਾਰੀ ਦੀ ਸਥਿਤੀ ਮੰਨੀ ਜਾਵੇਗੀ। ਛੁਪੀ ਬੇਰੁਜ਼ਗਾਰੀ ਦੀ ਸਥਿਤੀ ਨੂੰ ਇੱਕ ਉਦਾਹਰਣ ਦੁਆਰਾ ਸਪਸ਼ਟ ਕੀਤਾ ਜਾ ਸਕਦਾ ਹੈ। ਮੰਨ ਲਓ ਇੱਕ ਪਰਿਵਾਰ ਦੇ ਕੋਲ 8 ਏਕੜ ਦਾ ਖੇਤਰ ਹੈ। ਖੇਤੀ ਕਰਨ ਦੇ ਵਰਤਮਾਨ ਢੰਗ ਅਨੁਸਾਰ ਜੇ 8 ਵਿਅਕਤੀ ਹੀ ਉਸ ਖੇਤ ਉੱਤੇ ਕੰਮ ਕਰ ਰਹੇ ਹਨ ਤਾਂ ਉਹ ਚੰਗੇ ਢੰਗ ਨਾਲ ਖੇਤੀ ਕਰ ਸਕਣਗੇ। ਪਰੰਤੂ ਪਰਿਵਾਰ ਦੇ ਕੁੱਲ 12 ਮੈਂਬਰ ਕਿਤੇ ਹੋਰ ਰੁਜ਼ਗਾਰ ਨਾ ਮਿਲਣ ਦੇ ਕਾਰਨ ਉਸੇ ਖੇਤਰ ਉੱਤੇ ਕੰਮ ਕਰ ਰਹੇ ਹੋਣ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹਨਾਂ ਵਿੱਚ 4 ਵਿਅਕਤੀ ਅਸਲ ਵਿੱਚ ਬੇਕਾਰ ਹਨ। ਇਸ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਇਹ 4 ਵਿਅਕਤੀ ਛੁਪੇ ਬੇਰੁਜ਼ਗਾਰ ਹਨ। ਪ੍ਰਸ਼ਨ ਸਿਕੰਦਰ ਲੋਧੀ ਦੇ ਰਾਜ ਪ੍ਰਬੰਧ ਦਾ ਵਰਣਨ ਕਰੋ। ਉੱਤਰ ਸਿਕੰਦਰ ਲੋਧੀ ਇੱਕ ਸ਼ਕਤੀਸ਼ਾਲੀ ਸ਼ਾਸਕ ਸੀ। ਉਸਨੇ ਆਪਣੇ ਰਾਜ ਪ੍ਰਬੰਧ ਨੂੰ ਕੇਂਦਰਿਤ ਕੀਤਾ ਅਤੇ ਆਪਣੇ ਸਰਦਾਰਾਂ ਅਤੇ ਜਾਗੀਰਦਾਰਾਂ ਉੱਤੇ ਪੂਰਾ ਕਾਬੂ ਰੱਖਿਆ। ਉਸਨੇ ਦੌਲਤ ਖਾਂ ਲੋਧੀ ਨੂੰ ਪੰਜਾਬ ਰਾਜ ਦਾ ਨਾਜ਼ਿਮ ਨਿਯੁਕਤ ਕੀਤਾ। ਉਸ ਸਮੇਂ ਪੰਜਾਬ ਪ੍ਰਾਂਤ ਦੀਆਂ ਹੱਦਾਂ ਪੇਰਾ ਤੋਂ ਸਰਹਿੰਦ ਤੀਕ ਸਨ। ਦੀਪਾਲਪੁਰ ਵੀ ਪੰਜਾਬ ਦਾ ਇੱਕ ਸ਼ਕਤੀਸ਼ਾਲੀ ਉਪ ਪ੍ਰਾਂਤ ਸੀ, ਪਰ ਇਹ ਪ੍ਰਾਂਤ ਨਾ ਮਾਤਰ ਦਾ ਹੀ ਲੋਧੀ ਸਾਮਰਾਜ ਦੇ ਅਧੀਨ ਸੀ। ਸਿਕੰਦਰ ਲੋਧੀ ਇੱਕ ਪ੍ਰਜਾ ਹਿਤਕਾਰੀ ਸ਼ਾਸਕ ਸੀ ਅਤੇ ਉਹ ਉਹਨਾਂ ਦੀਆਂ ਸ਼ਕਤੀਆਂ ਨੂੰ ਦੂਰ ਕਰਨਾ ਆਪਣਾ ਫਰਜ਼ ਸਮਝਦਾ ਸੀ, ਪਰ ਉਸ ਦੀ ਇਹ ਨੀਤੀ ਮੁਸਲਮਾਨਾਂ ਤੱਕ ਹੀ ਸੀਮਤ ਸੀ। ਹਿੰਦੂਆਂ ਨਾਲ ਉਹ ਬਹੁਤ ਨਫ਼ਰਤ ਕਰਦਾ ਸੀ। ਪ੍ਰਸ਼ਨ ਸੰਸਦ ਦੀਆਂ ਸ਼ਕਤੀਆਂ ਦਾ ਵਰਣਨ ਕਰੋ। ਉੱਤਰ ਸੰਸਦ ਦੀਆਂ 3 ਮੁੱਖ ਸ਼ਕਤੀਆਂ ਅੱਗੇ ਲਿਖੀਆਂ ਹਨ। ਵਿਧਾਨਕ ਸ਼ਕਤੀਆਂ ਸੰਸਦ ਸੰਘੀ ਅਤੇ ਸਮਵਰਤੀ ਸੂਚੀ ਦੇ ਵਿਸ਼ਿਆਂ ਉੱਤੇ ਕਾਨੂੰਨ ਬਣਾਉਂਦੀ ਹੈ। ਕੁਝ ਵਿਸ਼ੇਸ਼ ਹਾਲਤਾਂ ਵਿੱਚ ਇਹ ਰਾਜ ਸੂਚੀ ਦੇ ਵਿਸ਼ਿਆਂ ਉੱਤੇ ਵੀ ਕਾਨੂੰਨ ਬਣਾ ਸਕਦੀ ਹੈ। ਕਾਰਜਪਾਲਿਕਾ ਸ਼ਕਤੀਆਂ ਸੰਸਦ ਅਵਿਸ਼ਵਾਸ ਮਤਾ ਪਾਸ ਕਰਕੇ ਮੰਤਰੀ ਪਰਿਸ਼ਦ ਨੂੰ ਹਟਾ ਸਕਦੀ ਹੈ। ਇਸ ਤੋਂ ਇਲਾਵਾ ਸੰਸਦ ਦੇ ਮੈਂਬਰ ਪ੍ਰਸ਼ਨ ਪੁੱਛ ਕੇ ਧਿਆਨ ਦਿਵਾਊ ਮਤੇ ਰਾਹੀਂ ਸਥਗਨ ਮਤੇ ਅਤੇ ਨਿੰਦਾ ਮਤੇ ਰਾਹੀਂ ਮੰਤਰੀ ਪਰਿਸ਼ਦ ਨੂੰ ਨਿਯੰਤਰਣ ਵਿੱਚ ਰੱਖਦੀ ਹੈ। ਵਿੱਤੀ ਸ਼ਕਤੀਆਂ ਸੰਸਦ ਦਾ ਰਾਸ਼ਟਰੀ ਧਨ ਉੱਤੇ ਅਧਿਕਾਰ ਹੁੰਦਾ ਹੈ। ਇਹ ਨਵੇਂ ਕਰ ਲਾਉਂਦੀ ਹੈ, ਪੁਰਾਣੇ ਕਰਾਂ ਵਿੱਚ ਸੋਧ ਕਰਦੀ ਹੈ ਅਤੇ ਬਜਟ ਪਾਸ ਕਰਦੀ ਹੈ। ਧੰਨਵਾਦ।